ਜੇ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰ ਆਪਣਾ ਇਮੀਗ੍ਰੇਸ਼ਨ ਸਟੇਟਸ ਨਾ ਵਧਾ ਸਕੇ ਤਾਂ ਉਹਨਾਂ ਨੂੰ ਕੈਨੇਡਾ ਛੱਡ ਕੇ ਜਾਣਾ ਪਊਗਾ। ਮੈਂ ਬਾਰ-ਬਾਰ ਇਹ ਚੀਜ਼ ਅਵੇਅਰ ਕਰਾਉਣਾ ਚਾਹੁੰਦਾ ਵੀ ਸਟੂਡੈਂਟ ਵੀਜ਼ਾ ਲੈਣਾ ਇੱਕ ਵੱਖਰੀ ਗੱਲ ਹੈ। ਤੁਸੀਂ ਕੈਨੇਡਾ 'ਚ ਸਟੱਡੀ ਕਰਨ ਆ ਗਏ, ਸਰਕਾਰ ਕੋਈ ਪ੍ਰੋਮਿਸ ਨਹੀਂ ਕਰ ਰਹੀ ਵੀ ਤੁਹਾਨੂੰ ਇਮੀਗ੍ਰੇਸ਼ਨ ਅਸੀਂ ਦੇਣੀ ਹੈ। ਉਹ ਤਾਂ ਇੱਕ ਪ੍ਰਿਵਿਲੇਜ ਦਿੱਤੀ ਹੋਈ ਹੈ ਵੀ ਤੁਹਾਨੂੰ ਇਮੀਗ੍ਰੇਸ਼ਨ ਮਿਲ ਸਕਦੀ ਹੈ ਜੀ। ਨਾਟ ਕੋਈ ਸਰਕਾਰ ਇਹ ਕਹਿ ਕੇ ਆਉਂਦੀ ਹੈ ਵੀ ਜਿਹਨੂੰ ਵੀ ਅਸੀਂ ਸਟੂਡੈਂਟ ਲੈ ਕੇ ਆਵਾਂਗੇ ਕੈਨੇਡਾ 'ਚ ਉਹਨੂੰ ਇਮੀਗ੍ਰੇਸ਼ਨ ਦੇਵਾਂਗੇ। ਜਿਹੜੇ ਕੈਨੇਡਾ 'ਚ ਆਏ ਨੇ ਉਹਨਾਂ ਨੂੰ ਟੈਂਪਰੇਰੀ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਭਵਿੱਖ ਦਾ ਪਤਾ ਕੋਈ ਨਹੀਂ। ਜੇ PR ਮਿਲ ਵੀ ਜਾਂਦੀ ਹੈ, ਤੁਹਾਡੀ ਸਰਕਾਰ PR ਵੀ ਵਾਪਸ ਲੈ ਲੈਂਦੀ ਹੈ। ਸਰਕਾਰ ਪੈਚਵਰਕ ਕਰ ਰਹੀ ਹੈ। ਪੈਚਵਰਕ ਕੀ ਹੈ ਵੀ ਜਿਹੜਾ ਬੰਦਾ ਆਉਂਦਾ ਅੱਜ ਜ਼ਰੂਰਤ ਹੈ ਉਹਨੂੰ ਲੈ ਆਓ। ਸਰਕਾਰ ਨੇ ਇਹਨੂੰ 21 ਬਿਲੀਅਨ ਪਲੱਸ ਡਾਲਰ ਦੀ ਇੰਡਸਟਰੀ ਬਣਾਤਾ। ਜਦੋਂ ਆਪਾਂ ਵਰਡ ਯੂਜ਼ ਕਰਦੇ ਹਾਂ ਇੰਡਸਟਰੀ ਮੀਨਸ ਇਹ ਪ੍ਰੋਫਿਟ ਲਈ ਹੈ। ਸੋ ਐਜੂਕੇਸ਼ਨ ਜਿਹੜੀ ਉਹ ਪ੍ਰੋਫਿਟ ਲਈ ਹੈ। 8 ਲੱਖ ਤੋਂ ਪਲੱਸ ਸਟੂਡੈਂਟ ਹੈ ਇਸ ਵਕਤ ਜਿਹੜੀ ਸਰਕਾਰ ਕਹਿ ਰਹੀ ਹੈ। 5.5 ਲੱਖ ਪਿਛਲੇ ਸਾਲ ਬੁਲਾਇਆ। ਇਸ ਵਾਰ ਸ਼ਾਇਦ ਉਹ ਰਿਕਾਰਡ ਵੀ ਤੋੜੂਗੀ ਸਰਕਾਰ ਜੀ। ਇਮੀਗ੍ਰੇਸ਼ਨ ਜਿਹੜੀ ਦਿੱਤੀ ਹੈ ਪਿਛਲੇ ਸਾਲ ਉਹ ਤਾਂ ਸਿਰਫ 55,000 ਸਟੂਡੈਂਟ ਨੂੰ ਇਮੀਗ੍ਰੇਸ਼ਨ ਮਿਲੀ ਹੈ ਪਿਛਲੇ ਸਾਲ। ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ 10 ਮਿੰਟ ਦੇ ਵਿੱਚ ਇਮੀਗ੍ਰੇਸ਼ਨ ਨਾਲ ਰਿਲੇਟਡ ਇੱਕ ਐਸੀ ਗੱਲ ਕਰਨੀ ਹੈ ਕਿ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਬਹੁਤ ਕੰਮ ਆਵੇ। ਤੁਸੀਂ ਕੈਨੇਡਾ 'ਚ ਹੋ ਜਾਂ ਕੈਨੇਡਾ ਆਉਣਾ ਚਾਹੁੰਦੇ ਹੋ ਜਾਂ ਕੋਈ ਧੀ ਪੁੱਤ ਕੈਨੇਡਾ 'ਚ ਆ ਜਾਂ ਉਹਨੇ ਆਉਣਾ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੁਝ ਚੇਂਜ ਹੋ ਸਕਦਾ ਜਿਹੜਾ ਕਿ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ। ਨਾਲ ਨੇ ਆਪਣੇ CWC ਤੋਂ ਅਮਨ ਖਹਿਰਾ ਜੀ। ਖਹਿਰਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਭਾਈ। ਖਹਿਰਾ ਸਾਹਿਬ, ਗੱਲ ਇਹ ਆ ਕਿ ਪਿਛਲੇ ਸਮੇਂ 'ਚ ਆਪਾਂ ਗੱਲ ਕੀਤੀ ਸੀ ਕਿ ਉਹ 700 ਦੇ ਕਰੀਬ ਨਿਆਣੇ ਜਿਹੜੇ ਕਿ ਪਹਿਲਾਂ ਆਏ 3-4 ਸਾਲ ਹੋ ਗਏ ਉਹਨਾਂ ਨੂੰ ਆਇਆਂ ਨੂੰ, ਵਰਕ ਪਰਮਿਟ 'ਤੇ ਕੰਮ ਕਰਕੇ ਵਿਚਾਰੇ PR ਤੱਕ ਪਹੁੰਚੇ ਅਤੇ ਪਤਾ ਲੱਗਿਆ ਵੀ ਤੁਸੀਂ ਤਾਂ ਵੀ ਫਲਾਣੇ ਕਾਗਜ਼ ਦਾ ਕਰਕੇ ਪੱਕੇ ਹੀ ਨਹੀਂ ਹੋ ਸਕਦੇ ਵੀ ਤੁਸੀਂ ਜਾਓ। ਉਸ ਰੌਲੇ ਤੋਂ ਬਾਅਦ ਜਿਹੜੀ ਚਰਚਾ ਚੱਲੀ ਆ ਉਹ ਹੁਣ ਜਦੋਂ ਤੁਸੀਂ ਪਹਿਲੀ ਵਾਰ ਗੱਲ ਕਰਦੇ ਸੀ ਕਿ ਵੀ ਸ਼ਾਇਦ ਇਹ ਸੈਂਕੜਿਆਂ ਤੋਂ ਹਜ਼ਾਰ ਤੇ ਹਜ਼ਾਰਾਂ ਤੋਂ ਲੱਖਾਂ 'ਚ ਚਲੀ ਜਾਵੇ ਗੱਲ। ਇੱਦਾਂ ਕਿਉਂ ਜਾਪਦਾ ਤੁਹਾਨੂੰ? ਦੇਖੋ, ਜਦੋਂ ਕੈਨੇਡਾ 'ਚ ਕੋਈ ਵੀ ਟੈਂਪਰੇਰੀ ਤੌਰ 'ਤੇ ਦਾਖਲ ਹੁੰਦਾ ਉਹਦੀ ਜਿਹੜੀ ਸਕਰੀਨਿੰਗ ਹੈ ਉਹ ਹਿਊਮਨ ਵੱਲੋਂ ਘੱਟ ਕੀਤੀ ਜਾਂਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਸਕਰੀਨਿੰਗ ਹੁੰਦੀ ਹੈ ਜੀ। ਔਰ ਕਿਉਂਕਿ ਸੰਭਵ ਨਹੀਂ ਹੁੰਦੀਆਂ ਜਿਹੜੀਆਂ ਐਪਲੀਕੇਸ਼ਨਸ ਇੰਨੀਆਂ ਪਾਇਲ ਅਪ ਹੋ ਜਾਂਦੀਆਂ ਨੇ ਵੀ ਇੱਕ ਲਿਮਿਟਡ ਸਮੇਂ 'ਚ ਉਹਨਾਂ ਦਾ ਨਿਪਟਾਰਾ ਹੋ ਸਕੇ। ਸਰਕਾਰ ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਡਾਕੂਮੈਂਟ ਦੀ ਫੇਸ ਵੈਲਿਊ 'ਤੇ ਮੰਨ ਕੇ ਚੱਲਦੀ ਹੈ। ਜਦੋਂ ਕੋਈ ਬੰਦਾ ਪਰਮਾਨੈਂਟ ਰੈਜ਼ੀਡੈਂਸੀ ਲੈਂਦਾ ਉਸ ਸਮੇਂ 'ਚ ਸਾਰੀ ਸਕਰੀਨਿੰਗ ਹੁੰਦੀ ਹੈ, ਬੈਕਗਰਾਊਂਡ ਚੈੱਕਸ ਹੁੰਦੇ ਨੇ। ਤਾਂ ਹੀ ਜਿਹੜੇ ਪਰਮਾਨੈਂਟ ਰੈਜ਼ੀਡੈਂਸੀ ਦੇ ਕੇਸ ਨੇ ਉਹਨਾਂ 'ਚ ਜਿਹੜਾ ਸਮਾਂ ਹੈਗਾ ਉਹ ਸਾਲ, 1.5 ਸਾਲ ਜਾਂ 2 ਸਾਲ ਤੱਕ ਵੀ ਲੱਗ ਜਾਂਦਾ ਬਿਕੋਜ਼ ਉਹ ਪ੍ਰੋਪਰਲੀ ਬੈਕਗਰਾਊਂਡ ਸਕਰੀਨ ਹੋ ਕੇ ਜਾਂਦੇ ਨੇ। ਇਹਨਾਂ ਦੇ ਕੇਸ ਦੇ ਵਿੱਚ ਵੀ ਇਹ ਇੱਕ ਰਿਮਾਰਕੇਬਲ ਐਕਸਪੀਰੀਅੰਸ ਹੈ ਵੀ ਜਿਹੜੇ ਸਟੂਡੈਂਟ ਸੀ ਉਹ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦੇ ਹੈਗੇ ਬਿਕੋਜ਼ ਉਹ ਸੋਚਦੇ ਨੇ ਵੀ ਸਾਡੇ 'ਚ ਤਾਂ ਕੋਈ ਕਸੂਰ ਨਹੀਂ ਹੈ। ਪਰ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਕਾਨੂੰਨ ਬਣਿਆ ਹੋਇਆ ਮਿਸਰਿਪ੍ਰੈਜ਼ੈਂਟੇਸ਼ਨ ਜਦੋਂ ਲੱਗਦੀ ਹੈ ਉਹਦੇ 'ਚ ਜਿਹੜੀ ਇਨਫੋਰਮੇਸ਼ਨ ਚਾਹੇ ਤੁਸੀਂ ਦਿੱਤੀ ਹੈ ਜਾਂ ਇਨਡਾਇਰੈਕਟਲੀ ਕਿਸੇ ਵੱਲੋਂ ਆਈ ਹੈ ਉਹਦੇ ਕੌਨਸੀਕੁਐਂਸਿਸ ਤੁਸੀਂ ਭੁਗਤਣੇ ਨੇ। ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪਏਗੀ ਉਹ ਇਨਫੋਰਮੇਸ਼ਨ ਦੀ। ਨਾਓ ਜਿਹੜੇ ਉਹਨਾਂ ਦੇ ਲਾਇਸੈਂਸਡ ਜੇ ਤਾਂ ਹੁੰਦੇ ਰਿਪਰੈਜ਼ੈਂਟੇਟਿਵ, ਚਾਹੇ ਤਾਂ ਲਾਇਰ ਹੁੰਦੇ ਜਾਂ ਉਹ ਇਮੀਗ੍ਰੇਸ਼ਨ ਕੰਸਲਟੈਂਟ ਹੁੰਦੇ ਕਾਲਜ ਵੱਲੋਂ ਅਪਰੂਵਡ ਜਾਂ ਕੁਬੈਕ ਤੇ ਨੋਟਰੀ ਹੁੰਦੇ, ਉਹ ਇੱਕ ਲਾਇਸੈਂਸ ਇੰਡੀਵਿਜੂਅਲ ਨੇ ਪਲੱਸ ਉਹਦੇ ਨਾਲ ਉਹ ਕੈਨੇਡੀਅਨ ਸਿਟੀਜ਼ਨ ਤੇ PR ਵੀ ਨੇ। ਸੋ ਇਟ ਮੀਨਸ ਜੋ ਇਹੋ ਜਿਹਾ ਫਰਾਡ ਕੋਈ ਕੈਨੇਡੀਅਨ ਜਾਂ PR ਕਰਦਾ ਨਾ, ਨਾਟ ਓਨਲੀ ਉਹਦਾ ਲਾਇਸੈਂਸ ਜਾਣਾ ਸੀ ਬਟ ਉਹਨਾਂ ਨੂੰ ਕ੍ਰਿਮੀਨਲੀ ਪ੍ਰੋਸੀਕਿਊਟ ਕੀਤਾ ਜਾ ਸਕਦਾ ਸੀ ਜੀ। ਬਿਕੋਜ਼ ਇਹ 'ਚ ਸਿਰਫ ਤੁਸੀਂ 700 ਸਟੂਡੈਂਟ ਨਾ ਦੇਖੋ, ਇਹਦੇ 'ਚ ਬਹੁਤ ਲੰਬੀ ਲਾਈਨ ਅਪ ਹੈ। ਹਾਲੇ ਸਰਕਾਰ ਨੇ ਪੂਰੀ ਐਪਲੀਕੇਸ਼ਨ ਨੂੰ ਪ੍ਰੋਸੈਸ ਨਹੀਂ ਕੀਤਾ ਜੀ। ਇਹ ਉਹ ਇੰਡੀਵਿਜੂਅਲ ਨੇ ਜਿਨ੍ਹਾਂ ਨੂੰ PR ਜਿਹੜਾ ਕਾਨੂੰਨ ਆ ਉਹ ਇੰਨਾ ਸਖਤ ਹੈ ਮਿਸਰਿਪ੍ਰੈਜ਼ੈਂਟੇਸ਼ਨ ਨੂੰ ਲੈ ਕੇ। ਉਹ ਇਹ ਨਹੀਂ ਹੈਗਾ ਵੀ ਸਿਰਫ ਤੁਸੀਂ PR ਮਿਲਣ ਤੱਕ ਇਹ ਰੂਲ ਅਪਲੀਕੇਬਲ ਹੈ। ਜੇ PR ਮਿਲ ਵੀ ਜਾਂਦੀ ਹੈ ਤੁਹਾਡੀ ਸਰਕਾਰ PR ਵੀ ਵਾਪਸ ਲੈ ਲੈਂਦੀ ਹੈ। ਅੱਛਾ, ਤੇ ਬਾਅਦ 'ਚ ਪਤਾ ਲੱਗਦਾ ਐਗਜ਼ੈਕਟਲੀ ਕਿਸੇ ਸਟੇਜ 'ਤੇ ਤੁਹਾਨੂੰ ਪਤਾ ਲੱਗਦਾ ਸਰਕਾਰ ਨੂੰ ਤਾਂ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਵੀ ਵਾਪਸ ਲਈ ਜਾ ਸਕਦੀ ਹੈ। ਨਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਨੇ। ਜਦੋਂ ਕੋਈ ਸਟੂਡੈਂਟ ਅਪਲਾਈ ਕਰਦਾ ਉਹਦੇ ਲਈ ਇੱਕ ਲਰਨਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਵੀ ਉਹ ਨਾ ਇੰਡੀਵਿਜੂਅਲ ਕੋਲ ਜਾਵੇ ਜਿਨ੍ਹਾਂ ਕੋਲ ਕੈਨੇਡਾ ਦਾ ਲਾਇਸੈਂਸ ਹੈ ਜੀ। ਦੁਨੀਆ ਭਰ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਏਜੰਟਸ ਕੰਮ ਕਰਦੇ ਨੇ। ਨਾ ਉਹ ਏਜੰਟਸ ਜਿਹੜੇ ਨੇ ਉਹ ਕੈਨੇਡਾ ਦੇ ਲਾਇਸੈਂਸ ਹੋਲਡਰ ਨਹੀਂ ਹੈ, ਉਹ ਸਿਰਫ ਕੈਨੇਡਾ ਲਈ ਸਟੂਡੈਂਟ ਰਿਕਰੂਟ ਕਰਦੇ ਨੇ ਜੀ। ਬਟ ਸਟੂਡੈਂਟ ਬਹੁਤ ਬੜੇ ਰਿਸਕ 'ਤੇ ਪੈਂਦਾ ਕਿਉਂਕਿ ਇਮੀਗ੍ਰੇਸ਼ਨ ਐਕਟ ਦਾ ਇਹ ਕਹਿੰਦਾ ਵੀ ਜਿਹੜੀ ਰਿਪਰੈਜ਼ੈਂਟੇਟਿਵ ਹੈ ਜਦੋਂ ਤੁਸੀਂ ਉਹਦੀ ਚੋਣ ਕਰਦੇ ਹੋ ਤਾਂ ਉਹ ਲਾਇਸੈਂਸਡ ਹੋਣਾ ਚਾਹੀਦਾ ਜੀ। ਜੇ ਅਨਲਾਇਸੈਂਸਡ ਤੋਂ ਤੁਸੀਂ ਕੰਮ ਕਰਾਉਂਦੇ ਹੋ ਤਾਂ ਫਿਰ ਰਿਸਕ ਤੇ ਹੁੰਦੇ ਹੋ। ਦੂਜੇ ਕਸੂਰਵਾਰ ਨੇ ਜਿਹੜੇ ਸਰਕਾਰੀ ਇੰਸਟੀਚਿਊਟ ਨੇ ਕੈਨੇਡਾ ਦੇ, ਇਹ ਵੀ ਉਨੇ ਹੀ ਕਸੂਰਵਾਰ ਨੇ।
ਬਿਕੋਜ਼ ਇਹ ਜਦੋਂ ਕਿਸੇ ਨੂੰ ਆਪਣਾ ਏਜੰਟ ਬਣਾਉਂਦੇ ਨੇ ਇਹ ਲਾਇਸੈਂਸ ਪੁੱਛਦੇ ਤੱਕ ਨਹੀਂ। ਇਹਨਾਂ ਦਾ ਸਾਰਾ ਪਰਪਸ ਹੁੰਦਾ ਵੀ ਸਾਨੂੰ ਕਿਹੜਾ ਜ਼ਿਆਦਾ ਸਟੂਡੈਂਟਸ ਦਿੰਦਾ ਔਰ ਕਿੰਨੇ ਨੰਬਰ 'ਚ ਸਟੂਡੈਂਟਸ ਦਿੰਦਾ ਔਰ ਉਹਦੇ ਕਮਿਸ਼ਨ ਕਿਹੜਾ ਘੱਟ ਸਾਡੇ ਤੋਂ ਲੈਂਦਾ, ਉਹਨੂੰ ਇਹ ਫਟਾਫਟ ਸਾਈਨ ਅਪ ਕਰ ਲੈਂਦੇ ਨੇ। ਜਾਂ ਜਿਹੜਾ ਕਾਨੂੰਨ ਹੈ ਉਹ ਤਾਂ ਕਲੀਅਰ ਹੈ ਵੀ ਜੇ ਕੋਈ ਕਿਸੇ ਵੀ ਕਿਸਮ ਦੀ ਇਮੀਗ੍ਰੇਸ਼ਨ ਐਡਵਾਈਸ ਦਿੰਦਾ ਔਰ ਫੀਸ ਲੈ ਕੇ ਦਿੰਦਾ ਤਾਂ ਉਹ ਲਾਇਸੈਂਸ ਹੋਣਾ ਚਾਹੀਦਾ। ਪਰ ਜਿਹੜੇ ਇੱਥੇ ਦੇ ਸਰਕਾਰੀ ਅਦਾਰੇ ਨੇ ਉਹ ਵੀ ਇਹ ਚੀਜ਼ ਨੂੰ ਅਣਗੌਲਿਆ ਕਰ ਦਿੰਦੇ ਨੇ। ਪਰ ਜਦੋਂ ਸਟੂਡੈਂਟ ਨੇ ਕੈਨੇਡਾ ਦਾਖਲ ਹੋਣਾ ਜਾਂ ਕਿਸੇ ਇਮੀਗ੍ਰੈਂਟ ਨੇ ਦਾਖਲ ਹੋਣਾ ਤਾਂ ਸਰਕਾਰ ਨੇ ਤਾਂ ਪ੍ਰੋਟੈਕਸ਼ਨ ਰੱਖੀ ਹੋਈ ਹੈ। ਜੋ ਪ੍ਰੋਟੈਕਸ਼ਨ ਤੁਸੀਂ ਅਵੇਲ ਨਹੀਂ ਕਰਦੇ ਤਾਂ ਫਿਰ ਰਿਸਕ ਤੁਸੀਂ ਲੈ ਕੇ ਚੱਲਦੇ ਹੋ, ਤਾਂ ਉਹਦੇ ਕੌਨਸੀਕੁਐਂਸਿਸ ਵੀ ਇਹ ਹੈਗੇ ਆ ਜਿਹੜੇ ਸਟੂਡੈਂਟਸ ਨੂੰ ਭੁਗਤਣੇ ਪੈ ਰਹੇ ਆ। ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਜੀ। ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਕਿ ਵੀ ਹੋ ਸਕਦਾ ਆਪਾਂ ਕਿਸੇ ਚੀਜ਼ ਨੂੰ ਬੜਾ ਉਪਰਾ ਦੇਖਦੇ ਹਾਂ, ਇਹ ਚੱਲਦਾ ਹੀ ਆ, ਕੋਈ ਨਹੀਂ ਹੋ ਜਾਂਦਾ, ਫਲਾਨਾ ਵੀ ਚੱਲ ਗਿਆ ਸੀ, ਕਿਹੜਾ ਕੋਈ ਪੁੱਛਦਾ, ਉਹਨੂੰ ਸਾਲ ਹੋ ਗਿਆ, ਉਹਨੂੰ 2 ਸਾਲ ਹੋ ਗਏ। ਇੱਥੇ ਜੇ 4 ਸਾਲ ਬਾਅਦ ਕਹਾਣੀ ਫਸੀ ਆ ਤਾਂ ਜਿੱਦਾਂ ਖੈਰਾ ਸਾਹਿਬ ਨੇ ਦੱਸਿਆ ਵੀ PR ਤੋਂ ਬਾਅਦ ਜੇ ਪਤਾ ਕੋਈ ਗੱਲ ਲੱਗ ਜੇ ਤਾਂ ਵੀ ਉਹ ਜਿਹੜਾ PR ਆ ਉਹ ਵਾਪਸ ਹੋ ਸਕਦੀ ਹੈ। ਅੱਛਾ ਖੈਰਾ ਸਾਹਿਬ, ਇਹ ਜਿਹੜੀ ਸਖਤੀ ਹੈ ਜੀ, ਇਹਨੂੰ ਜਦੋਂ ਆਪਾਂ ਅੰਕੜਿਆਂ ਦੇ ਹਿਸਾਬ ਨਾਲ ਦੇਖਦੇ ਹਾਂ ਤਾਂ ਇਹ ਕੁਛ ਹੋਰ ਵੀ ਬਿਆਨ ਕਰਦੀ। ਮੈਨੂੰ ਇਹ ਹੈ ਕਿ ਆਪਾਂ ਉਹਦੇ ਵਾਲੇ ਪਾਸੇ ਵੀ ਚੱਲੀਏ। ਹੁਣ ਜਿੱਦਾਂ ਇਹ ਤਾਂ ਹਰ ਕੋਈ ਪ੍ਰਚਾਰ ਦਿੰਦਾ ਵੀ ਕੈਨੇਡਾ ਕਰ ਰਿਹਾ ਜੀ ਪੱਕੇ 5 ਲੱਖ ਬੰਦਾ ਹਰ ਸਾਲ ਪੱਕਾ ਜੀ। ਹੁਣ ਜੇ ਆਪਾਂ ਇੱਥੇ ਨਿਆਣਿਆਂ ਦੀ ਗਿਣਤੀ ਕਰਦੇ ਹਾਂ ਤਾਂ ਪਿਛਲੀ ਵਾਰਾਂ ਤਾਂ ਮੈਂ ਮੇਰਾ ਖਿਆਲ ਇੰਡੀਆ ਵਾਲੇ ਹਿਸਾਬ ਨਾਲ ਉਹਨਾਂ ਦੇ ਜਦੋਂ ਦੇਖਦਾ ਸੀਗਾ ਅੰਕੜੇ ਤਾਂ ਇਕੱਲੇ ਇੰਡੀਆ ਤੋਂ ਸ਼ਾਇਦ 7.5 ਲੱਖ ਦੇ ਕਰੀਬ ਜੋ ਆ ਗਿਆ ਜਿਹੜਾ ਸੀ ਉਹ ਆ ਗਿਆ ਜੀ। ਹੁਣ ਜੇ ਗਿਣਤੀ ਇੱਕ ਦੇਸ਼ ਤੋਂ ਆਉਣ ਵਾਲਿਆਂ ਦੀ ਜਿਹੜੀ ਉਨੀ ਗਿਣਤੀ ਤੋਂ ਵੱਧ ਹੈ ਜਿੰਨੇ ਪੂਰੇ ਸਾਲ 'ਚ ਕੈਨੇਡਾ ਨੇ ਪੱਕੇ ਕਰਨੇ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ, ਤੇ ਫਿਰ ਜਿਹੜੀ ਪੱਕੇ ਹੋਣ ਵਾਲਿਆਂ ਦੀ ਦਰ ਹੈ ਤੇ ਜਿਹੜੀ ਆਉਣ ਵਾਲਿਆਂ ਦੀ ਦਰ ਹੈ ਉਹਦੇ ਵਿੱਚ ਤੇ ਜ਼ਮੀਨ ਅਸਮਾਨ ਦਾ ਫਰਕ ਹੈ। ਤੇ ਫਿਰ ਜਿਨ੍ਹਾਂ ਦੀ ਵਾਰੀ ਨਹੀਂ ਆਈ, ਜਿਹੜੇ ਅਜੇ ਵਰਕ ਪਰਮਿਟ ਤੇ ਨੇ ਜਾਂ ਆਉਣਗੇ, ਫਿਰ ਉਹ ਕਿਹੜੇ ਖਾਤੇ 'ਚ ਪੈਂਦੇ ਆ? ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ, ਕਿਉਂਕਿ ਮੈਂ ਬਾਰ-ਬਾਰ ਇਹ ਚੀਜ਼ ਅਵੇਅਰ ਕਰਾਉਣਾ ਚਾਹੁੰਦਾ ਜਿਹੜੇ ਵੀ ਵਿਊਅਰਸ ਨੇ ਤੁਹਾਡੇ, ਵੀ ਸਟੂਡੈਂਟ ਵੀਜ਼ਾ ਲੈਣਾ ਇੱਕ ਵੱਖਰੀ ਗੱਲ ਹੈ। ਤੁਸੀਂ ਕੈਨੇਡਾ 'ਚ ਸਟੱਡੀ ਕਰਨ ਆ ਗਏ, ਸਰਕਾਰ ਕੋਈ ਪ੍ਰੋਮਿਸ ਨਹੀਂ ਕਰ ਰਹੀ ਵੀ ਤੁਹਾਨੂੰ ਇਮੀਗ੍ਰੇਸ਼ਨ ਅਸੀਂ ਦੇਣੀ ਹੈ। ਉਹ ਤਾਂ ਇੱਕ ਪ੍ਰਿਵਿਲੇਜ ਦਿੱਤੀ ਹੋਈ ਹੈ ਵੀ ਤੁਹਾਨੂੰ ਇਮੀਗ੍ਰੇਸ਼ਨ ਮਿਲ ਸਕਦੀ ਹੈ ਜੀ। ਨਾਟ ਕੋਈ ਸਰਕਾਰ ਇਹ ਕਹਿ ਕੇ ਆਉਂਦੀ ਹੈ ਵੀ ਜਿਹਨੂੰ ਵੀ ਅਸੀਂ ਸਟੂਡੈਂਟ ਲੈ ਕੇ ਆਵਾਂਗੇ ਕੈਨੇਡਾ 'ਚ ਉਹਨੂੰ ਇਮੀਗ੍ਰੇਸ਼ਨ ਦੇਵਾਂਗੇ ਨਾ। ਸਰਕਾਰ ਵਰਤ ਕਿਵੇਂ ਰਹੀ ਹੈ ਇਸ ਇੰਡਸਟਰੀ ਨੂੰ? ਸਰਕਾਰ ਨੇ ਇਹਨੂੰ 21 ਬਿਲੀਅਨ ਪਲੱਸ ਡਾਲਰ ਦੀ ਇੰਡਸਟਰੀ ਬਣਾਤਾ, ਜਿਹੜੀ ਕਿ ਲੰਬਰ ਦੇ ਬਰਾਬਰ ਦੀ ਇੰਡਸਟਰੀ ਕਰਤੀ ਜੀ। ਐਜੂਕੇਸ਼ਨ ਇੰਡਸਟਰੀ, ਜਦੋਂ ਆਪਾਂ ਵਰਡ ਯੂਜ਼ ਕਰਦੇ ਹਾਂ ਇੰਡਸਟਰੀ ਮੀਨਸ ਇਹ ਪ੍ਰੋਫਿਟ ਲਈ ਹੈ। ਸੋ ਐਜੂਕੇਸ਼ਨ ਜਿਹੜੀ ਉਹ ਪ੍ਰੋਫਿਟ ਲਈ ਹੈ, ਤਾਂ ਸਰਕਾਰ ਨੇ ਇਹਨੂੰ ਇੱਕ ਬਿਜ਼ਨਸ ਬਣਾ ਲਿਆ। ਬਿਜ਼ਨਸ ਮਾਡਲ ਕੀ ਹੈ ਵੀ ਸਟੂਡੈਂਟ ਕੈਨੇਡਾ ਦੇ ਵਿੱਚ ਦਾਖਲ ਹੋ ਜਾਂਦਾ, ਬਹੁਤ ਜਲਦੀ ਉਹਨੂੰ ਵੀਜ਼ਾ ਦਿੰਦੇ। STS ਪ੍ਰੋਗਰਾਮ ਸਰਕਾਰ ਨੇ ਡਿਵੈਲਪ ਕੀਤਾ। ਪਿਛਲੀ ਸਰਕਾਰ ਨੇ ਕੁਝ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਸੀ, ਜਦੋਂ ਜਿਹੜਾ SPP ਪ੍ਰੋਗਰਾਮ ਸੀ ਸਟੂਡੈਂਟ ਤਾਂ ਉਦੋਂ ਵੀ ਆਉਂਦੇ ਸੀ, ਪਰ ਉਹਦੇ ਨਾਲ ਇੱਕ ਸਰਕਾਰ ਨੇ ਕੁਝ ਰਿਸਟ੍ਰਿਕਸ਼ਨਸ ਲਾਈਆਂ ਸੀ ਵੀ ਕਿੰਨੀ ਦੇਰ ਸਟੂਡੈਂਟ ਕੈਨੇਡਾ 'ਚ ਰਹਿ ਸਕਦਾ ਜਾਂ ਫਿਰ ਕਿੰਨੀ ਦੇਰ ਵਰਕ ਪਰਮਿਟ ਹੋਲਡਰ ਕੈਨੇਡਾ 'ਚ ਰਹਿ ਸਕਦਾ। ਉਹਨਾਂ ਦੀ ਲਿਮਿਟ ਸੀ 4 ਸਾਲ ਜੀ। ਇਹ ਵਾਲੀ ਸਰਕਾਰ ਨੇ ਆਉਣ ਸਾਰ ਉਹ ਲਿਮਿਟ ਹਟਾਤੀ। ਸੋ ਇਟ ਮੀਨਸ ਕੋਈ ਵੀ ਟੈਂਪਰੇਰੀ ਕੈਨੇਡਾ ਦੇ ਵਿੱਚ ਲੰਬਾ ਸਮਾਂ ਰਹਿ ਸਕਦਾ ਨਾ। ਜਦੋਂ ਵੀ ਸਟੂਡੈਂਟ ਕੈਨੇਡਾ 'ਚ ਦਾਖਲ ਹੁੰਦਾ ਹੀ, ਜਿਵੇਂ 8 ਲੱਖ ਤੋਂ ਪਲੱਸ ਸਟੂਡੈਂਟ ਹੈ ਇਸ ਵਕਤ, ਜਿਹੜੀ ਸਰਕਾਰ ਕਹਿ ਰਹੀ ਹੈ 5.5 ਲੱਖ ਪਿਛਲੇ ਸਾਲ ਬੁਲਾਇਆ, ਇਸ ਵਾਰ ਸ਼ਾਇਦ ਉਹ ਰਿਕਾਰਡ ਵੀ ਤੋੜੂਗੀ ਸਰਕਾਰ ਜੀ। ਤੇ ਨਾ ਜਦੋਂ ਇੰਨੇ ਨੰਬਰ ਆਫ ਸਟੂਡੈਂਟਸ ਜਿਹੜੇ ਨੇ ਕੈਨੇਡਾ ਦੇ ਵਿੱਚ ਦਾਖਲ ਹੋਏ ਨੇ, ਇਮੀਗ੍ਰੇਸ਼ਨ ਜਿਹੜੀ ਦਿੱਤੀ ਹੈ ਪਿਛਲੇ ਸਾਲ, ਉਹ ਇਸ ਜਿਹੜੇ ਸਪੈਸ਼ਲ ਪ੍ਰੋਗਰਾਮ ਚਲਾਏ ਸੀ ਸਟੂਡੈਂਟਸ ਲਈ ਜੀ, ਉਹਨਾਂ ਨੂੰ ਵੀ ਤੁਸੀਂ ਐਡ ਕਰ ਲਓ ਤਾਂ ਸਿਰਫ 55,000 ਸਟੂਡੈਂਟ ਨੂੰ ਇਮੀਗ੍ਰੇਸ਼ਨ ਮਿਲੀ ਹੈ ਪਿਛਲੇ ਸਾਲ, ਸਿਰਫ 55,000। ਸੋ ਜਿਹੜੀ ਇਹ ਡਿਸਪੈਰਿਟੀ ਹੈ, ਸਰਕਾਰ ਕੀ ਕਰ ਰਹੀ ਹੈ ਵੀ ਜਿਹੜਾ ਸਟੂਡੈਂਟ ਦਾ ਕੈਨੇਡਾ 'ਚ ਲੈ ਆਏ ਅਸੀਂ, ਔਰ ਸਰਕਾਰ ਕਹਿੰਦੀ ਹੈ ਪਿਛਲੇ ਸਾਲ ਜਿਹੜਾ ਪਿਛਲਾ ਸਾਲ ਸੀ ਉਦੋਂ 2.64 ਦੀ ਰੇਸ਼ੋ ਦੇ ਨਾਲ ਹਾਈਐਸਟ ਨੰਬਰ ਵਧਿਆ ਸੀ ਕੈਨੇਡਾ 'ਚ। ਜਿਹੜੀ ਪੋਪੂਲੇਸ਼ਨ ਗਰੋਥ ਹੋਈ ਹੈ ਕੈਨੇਡਾ ਦੀ 1 ਮਿਲੀਅਨ ਜਿਹੜੀ ਆ ਵਧੀ ਹੈ ਪੋਪੂਲੇਸ਼ਨ, ਸੋ 40 ਮਿਲੀਅਨ ਦੇ ਕਰੀਬ ਹੋ ਗਈ। ਸੋ ਆਉਣ ਵਾਲੇ 26 ਸਾਲਾਂ ਸਰਕਾਰ ਕਹਿੰਦੀ ਹੈ ਵੀ ਅਸੀਂ ਇਹਨੂੰ ਡਬਲ ਕਰ ਦਾਂਗੇ। ਠੀਕ ਹੈ। ਨਾਓ ਇਮੀਗ੍ਰੇਸ਼ਨ ਦੇ ਵਿੱਚ ਇੱਕ ਰਿਸਟ੍ਰਿਕਸ਼ਨ ਲੱਗੀ ਹੋਈ ਹੈ ਸਰਕਾਰ 'ਤੇ ਵੀ ਉਹ ਕਿੰਨਿਆਂ ਨੂੰ ਇਮੀਗ੍ਰੇਸ਼ਨ ਦੇ ਸਕਦੀ ਹੈ। ਜਾਂ ਤਾਂ ਸਰਕਾਰ ਪਾਰਲੀਮੈਂਟ 'ਚ ਜਾਵੇ, ਜਿਹੜਾ 1% ਦਾ ਰੂਲ ਹੈ ਉਹਨੂੰ ਬਦਲ ਦੇ ਜੀ, ਤੇ ਉਹਦੀ ਲਿਮਿਟ ਵਧਾਵੇ, ਤਾਂ ਫਿਰ ਸੰਭਵ ਹੈ ਵੀ ਉਹ ਵੱਧ ਬੰਦਿਆਂ ਨੂੰ ਇਮੀਗ੍ਰੇਸ਼ਨ ਦੇ ਸਕਦੀ ਹੈ ਔਰ ਉਹਨਾਂ ਨੂੰ ਪਰਮਾਨੈਂਟ ਇੱਥੇ ਰੱਖ ਸਕਦੀ ਹੈ। ਪਰ ਸਰਕਾਰ ਉਹਨੂੰ ਕਰ ਨਹੀਂ ਰਹੀ। ਸਰਕਾਰ ਪੈਚ ਵਰਕ ਕਰ ਰਹੀ ਹੈ। ਪੈਚ ਵਰਕ ਕੀ ਹੈ ਵੀ ਜਿਹੜਾ ਬੰਦਾ ਆਉਂਦਾ ਅੱਜ ਜ਼ਰੂਰਤ ਹੈ ਉਹਨੂੰ ਲੈ ਆਓ, ਕਿਉਂਕਿ ਅੱਜ ਕੈਨੇਡਾ 'ਚ ਜਿਹੜੀ ਵੈਕੈਂਸੀ ਹੈ, ਜੌਬ ਵੈਕੈਂਸੀ ਹੈ, ਉਹ 8.5 ਲੱਖ ਦੇ ਕਰੀਬ ਜੌਬਸ ਨੇ। ਸੋ ਜਦੋਂ ਇਹ 8.5 ਲੱਖ ਜੌਬਸ ਭਰਨਗੀਆਂ, ਨਵੀਆਂ ਜੌਬਸ ਵੀ ਡਿਵੈਲਪ ਹੋਣਗੀਆਂ ਆਫਕੋਰਸ ਪ੍ਰੋਪੋਰਸ਼ਨਲੀ, ਪਰ ਜੇ ਨਵੀਆਂ ਜੌਬਸ ਉਹੀ ਜਿਹੀਆਂ ਡਿਵੈਲਪ ਨਾ ਹੋਈਆਂ ਜਾਂ ਇਕਨੋਮਿਕ ਕੈਨੇਡਾ ਦੀ ਗਰੋਥ ਪ੍ਰੋਪੋਰਸ਼ਨਲ ਨਾ ਰਹੀ ਜਿੰਨੇ ਬੰਦੇ ਬੁਲਾਏ ਜਾ ਰਹੇ ਨੇ, ਤਾਂ ਇੰਬੈਲੈਂਸ ਕ੍ਰੀਏਟ ਹੋਊਗਾ। ਜਦੋਂ ਇੰਬੈਲੈਂਸ ਕ੍ਰੀਏਟ ਹੋਇਆ ਤਾਂ ਸਰਕਾਰ ਨੂੰ ਫਿਰ ਟਫ ਡਿਸੀਜਨ ਲੈਣੇ ਪੈਣਗੇ
ਉਹ ਚਾਹੇ ਆ ਸਰਕਾਰ ਹੋਵੇ ਜਾਂ ਫਿਰ ਆਉਣ ਵਾਲੀ ਸਰਕਾਰ ਹੈ, ਜਦੋਂ ਅਗਲੀ ਇਲੈਕਸ਼ਨ ਆਈ ਤਾਂ ਆਉਣ ਵਾਲੀ ਸਰਕਾਰ ਵੀ ਇਹ ਟਫ ਡਿਸੀਜਨ ਲੈ ਸਕਦੀ ਹੈ, ਜਿੱਥੇ ਲੱਖਾਂ ਦੀ ਤਾਦਾਦ 'ਚ ਜੇ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰ ਆਪਣਾ ਇਮੀਗ੍ਰੇਸ਼ਨ ਸਟੇਟਸ ਨਾ ਵਧਾ ਸਕੇ ਤਾਂ ਉਹਨਾਂ ਨੂੰ ਕੈਨੇਡਾ ਛੱਡ ਕੇ ਜਾਣਾ ਪਊਗਾ। ਸੋ ਇਹ ਬਹੁਤ ਵੱਡੀ ਗੱਲ ਹੈ। ਐਂਡ ਇਹ ਪੋਸੀਬਿਲਿਟੀ ਇਹ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਨੇ ਉਹਦੇ ਆਸ-ਪਾਸ ਵੀ ਦੇਖਦੇ ਹੋ? ਇਲੈਕਸ਼ਨ ਤੱਕ ਤਾਂ ਨਹੀਂ ਹੋ ਗਈ, ਕਿਉਂਕਿ ਉਹ ਤਾਂ ਫਿਰ ਇਲੈਕਸ਼ਨ ਤੋਂ ਬਾਅਦ ਹੀ ਆਪਾਂ ਇਹ ਗੱਲ ਕਰਦੇ, ਮੰਨ ਲਓ ਜੇ ਸਰਕਾਰ ਚੇਂਜ ਹੁੰਦੀ ਹੈ। ਯੈਸ, ਕਿਉਂਕਿ ਜਿਹੜੇ ਹੁਣ ਐਕਸਟੈਂਸ਼ਨਸ ਮਿਲ ਰਹੀਆਂ ਨੇ ਸਟੂਡੈਂਟਸ ਨੂੰ, ਐਕਸਟੈਂਸ਼ਨਸ ਦਿੱਤੀਆਂ ਜਾ ਰਹੀਆਂ ਨੇ, ਜਿਵੇਂ ਫੋਰ ਐਗਜ਼ਾਮਪਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜੇ 2018 ਦੇ ਆਏ ਹੋਏ ਨੇ, ਉਹ ਅੱਜ ਵੀ ਸਟੇਟਸ ਇੰਜੋਏ ਕਰ ਰਹੇ ਨੇ, ਸਟੇਟਸ ਮਿਲ ਰਿਹਾ, ਵਿਚ ਇਜ਼ ਅ ਗੁੱਡ ਥਿੰਗ, ਉਹ 'ਚ ਕੋਈ ਗਲਤ ਨਹੀਂ ਹੈ। ਪਰ ਪ੍ਰੋਬਲਮ ਕੀ ਹੈ, ਸਰਕਾਰ ਉਹਨਾਂ ਨੂੰ ਕੋਈ ਪਰਮਾਨੈਂਟ ਰੈਜ਼ੋਲੂਸ਼ਨ ਨਹੀਂ ਲੈ ਕੇ ਆ ਰਹੀ, ਜਾਂ ਤਾਂ ਕੋਈ ਇਹੋ ਜਿਹਾ ਪ੍ਰੋਗਰਾਮ ਡਿਵੈਲਪ ਕਰੇ ਵੀ ਇੰਨੇ ਸਾਲ ਤੁਸੀਂ ਕੈਨੇਡਾ 'ਚ ਕੱਟ ਲਏ, ਕੰਮ ਵੀ ਕਰ ਲਿਆ, ਕਿਸੇ ਪਰਟੀਕੂਲਰ ਜਿਹੜੀ ਹਾਈ ਸਕਿੱਲ ਸਪੈਸ਼ਲੀ ਕੰਮ ਕਰ ਲਿਆ, ਤਾਂ ਤੁਸੀਂ ਇਮੀਗ੍ਰੇਸ਼ਨ ਲੈ ਸਕੋ। ਉਹ ਜਿਹਾ ਕੋਈ ਪਾਥਵੇ ਦੇਵੇ। ਵਰਕਰ ਕੋਈ ਆਇਆ, ਉਹਨੇ ਸਾਲ ਕੰਮ ਕਰ ਲਿਆ, ਇੰਨੇ ਸਾਲ ਦਾ ਟੈਕਸ ਭਰਤਾ ਸਰਕਾਰ ਨੂੰ, ਔਰ ਪਲੱਸ ਉਹ ਸੁਸਾਇਟੀ 'ਚ ਸਿਮੂਲੇਟ ਵੀ ਮਤਲਬ ਉਹ ਜੇ ਕੋਈ ਬੰਦਾ, ਕੋਈ ਵਿਅਕਤੀ ਆਪਣੀ ਉਸ ਏਜ ਦੇ ਵਿੱਚ 5 ਜਾਂ 6 ਸਾਲ 7 ਸਾਲ ਲਾ ਲੈਂਦਾ, ਉਹਦਾ ਬਿਲਕੁਲ ਕੈਨੇਡਾ ਘਰ ਬਣ ਗਿਆ। ਜਦ ਤੁਸੀਂ ਉਸ ਵਕਤ ਉਹ ਬੰਦੇ ਨੂੰ ਕਹੋਗੇ ਵੀ ਹੁਣ ਛੱਡ ਕੇ ਚਲਾ ਜਾ, ਤਾਂ ਉਹਦੇ ਲਈ ਤਾਂ ਇਹ ਇੱਕ ਬਹੁਤ ਡਿਜ਼ਾਸਟਰਸ ਡਿਸੀਜਨ ਹੈ, ਲਾਈਫ ਲੌਂਗ ਡਿਜ਼ਾਸਟਰਸ ਡਿਸੀਜਨ ਹੈ। ਜੇ ਹੋ ਸਕਦਾ, ਪੋਸੀਬਲ ਹੈ, ਵੈਰੀ ਮਚ ਪੋਸੀਬਲ ਹੈ। ਔਰ ਸਰਕਾਰ ਆਪਣਾ ਪ੍ਰੈਸ਼ਰ ਹੈ ਜਿਹੜਾ ਉਹ ਵਧਾ ਰਹੀ ਹੈ ਇਹ ਗੱਲ ਕਰਕੇ। ਸੋ ਸਰਕਾਰ ਨੂੰ ਚਾਹੀਦਾ ਜਿਹੜਾ ਇਮੀਗ੍ਰੇਸ਼ਨ ਦਾ ਕੋਟਾ ਉਹ ਚੀਜ਼ ਨੂੰ ਵਧਾਵੇ। ਸਿਰਫ ਇਹ ਕਹਿ ਦੇਣਾ ਵੀ 5 ਲੱਖ ਬੁਲਾ ਸਕਦੇ ਆ, ਉਹ ਤਾਂ ਬਿਲਕੁਲ ਤੁਸੀਂ ਪ੍ਰਪੋਰਸ਼ਨਲੀ ਵਧਾ ਸਕਦੇ ਹੋ, 5 ਲੱਖ ਕਰ ਸਕਦੇ ਹੋ, ਪਰ 5 ਲੱਖ ਇਜ਼ ਨਾਟ ਅ ਸਿਗਨੀਫਿਕੈਂਟ ਨੰਬਰ। ਔਰ 5 ਲੱਖ 'ਚੋਂ ਵੀ ਤੁਸੀਂ ਕਿਹੜੀ ਕੈਟਾਗਰੀ ਹੈ, ਜਿਵੇਂ ਇਕਨੋਮਿਕ ਕਲਾਸ ਹੈ, ਉਹ 'ਚ 60% ਦਾ ਕੋਟਾ ਹੈ। ਪੇਰੈਂਟਸ ਦੇ ਬਾਰੇ ਆਪਾਂ ਜੇ ਗੱਲ ਹੀ ਕਰ ਰਹੇ ਆਉਣੇ ਪ੍ਰੋਗਰਾਮ 'ਚ ਕਰਨੀ ਚਾਹੀਦੀ ਹੈ। ਪੇਰੈਂਟਸ ਕਿੰਨੇ ਸਫਰ ਕਰ ਰਹੇ ਨੇ, ਸੁਪਰ ਵੀਜ਼ਾ ਦਾ ਚਾਕਲੇਟ ਇੰਡੀਵਿਜੂਅਲ ਨੂੰ ਦੇਤਾ, ਨਾਲ ਉਹਦੇ ਤੇ ਮਹਿੰਗਾ ਇੰਸ਼ੋਰੈਂਸ ਰੱਖਤਾ। ਤਾਂ ਜਿਹੜਾ ਇਹ ਮਤਲਬ ਅਮੀਰ ਬੰਦਾ ਉਹ ਆਪਣੇ ਪੇਰੈਂਟਸ ਨੂੰ ਬੁਲਾ ਸਕਦਾ, ਜਿਹੜਾ ਇੱਥੇ ਹੈਂਡ ਟੂ ਮਾਊਥ ਹੋਇਆ ਸਿਚੁਏਸ਼ਨ ਹੈ, ਤਾਂ ਉਹ ਤਾਂ ਆਪਣੇ ਪੇਰੈਂਟਸ ਨੂੰ ਬੁਲਾ ਹੀ ਨਹੀਂ ਸਕਦਾ ਕੈਨੇਡਾ 'ਚ, ਕਿਉਂਕਿ ਰਿਸਟ੍ਰਿਕਸ਼ਨ ਇਹੋ ਜਿਹੀਆਂ ਲਾਤੀਆਂ, ਰਾਈਟ। ਸੋ ਇਹ ਹੁਣ ਮੇਰਾ ਜਿਹੜਾ ਬੈਕਲੌਗ ਦੀ ਮੈਂ ਗੱਲ ਕਰਾਂ, ਉਹ ਕਿੰਨੇ ਹੈ ਜੀ? 21-22 ਲੱਖ ਦਾ ਕਿ ਵੱਧ ਹੈ? ਨਹੀਂ, ਬੈਕਲੌਗ ਬਿਲਕੁਲ ਘਟਿਆ ਹੈਗਾ। ਜਿਹੜੇ ਨੰਬਰਸ ਨੇ ਉਹ ਸਿਗਨੀਫਿਕੈਂਟਲੀ ਡ੍ਰੌਪ ਵੀ ਹੋਏ ਨੇ, ਬਿਕੋਜ਼ ਨਵੀਂ ਐਪਲੀਕੇਸ਼ਨ ਜਿਹੜੀ ਸਰਕਾਰ ਨੇ ਹੁਣ ਪਿਕ ਕੀਤੀਆਂ ਨੇ, ਜੇ ਪਿਛਲਾ ਜਿਹੜਾ 21,000 ਐਪਲੀਕੇਸ਼ਨ ਦਾ ਕੋਟਾ ਹੈਗਾ, ਜਿਹੜਾ ਹੁਣੀ ਸਰਕਾਰ ਨੇ 1 ਮਹੀਨੇ 'ਚ ਐਕਸਪ੍ਰੈਸ ਐਂਟਰੀ ਦੀ ਪਿਕ ਕੀਤਾ ਜੀ। ਇਹ ਜਿਹੜੇ ਬੈਕਲੌਗਸ ਨੇ, ਜਿਹੜੇ ਖਾਸ ਕਰਕੇ ਕਈ ਪ੍ਰੋਗਰਾਮਸ ਨੇ ਜਿਹਦੇ 'ਚ ਸਰਕਾਰ ਜਿਹਨਾਂ ਨੂੰ ਮੰਨਦੀ ਹੈ ਵੀ ਉਹਨਾਂ 'ਚ ਅਰਜੈਂਟ ਡਿਸੀਜਨ ਦੀ ਜ਼ਰੂਰਤ ਨਹੀਂ ਹੈ। ਔਰ ਮੋਸਟਲੀ ਉਹ ਪ੍ਰੋਗਰਾਮਸ ਹੈਗੇ ਜਿਹੜੇ PNP ਇੰਪਲੋਇਰ ਬੇਸਡ ਐਪਲੀਕੈਂਟਸ ਨੇ, ਜਾਂ ਫਿਰ ਜਿਹੜੇ ਐਪਲੀਕੈਂਟਸ ਇੰਪਲੋਇਰ ਬੇਸਡ ਪਰਮਿਟਸ ਤੇ ਇੱਥੇ ਨੇ, ਉਹ ਸਰਕਾਰ ਸਮਝਦੀ ਹੈ ਵੀ ਠੀਕ ਹੈ ਪਾਥਵੇ ਤੇ ਪਏ ਹੋਏ ਨੇ, ਅਸੀਂ ਇਹਨਾਂ ਨੂੰ ਬ੍ਰਿਜ ਪਰਮਿਟ ਦੇ ਦਿੰਦੇ, ਜਾਂ ਸਟੂਡੈਂਟਸ ਵੀ ਨੇ ਉਹ ਜਿਹੀ ਕੈਟਾਗਰੀ 'ਚ ਜਿਹੜੇ ਬ੍ਰਿਜ ਪਰਮਿਟ ਲੈ ਕੇ ਬੈਠੇ ਨੇ ਵੀ ਉਨੀ ਦੇਰ ਤੁਸੀਂ ਆਪਣਾ ਕੰਮ ਕਰੀ ਜਾਓ, ਯੂ ਆਰ ਲਿਵਿੰਗ ਐਜ਼ ਗੁੱਡ ਐਜ਼ ਅ ਪਰਮਨੈਂਟ ਰੈਜ਼ੀਡੈਂਟ, ਪਰ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਹੈ ਅਸੀਂ ਪ੍ਰੋਸੈਸ ਕਰਕੇ ਦੇਵਾਂਗੇ, ਹੋਲਡ ਕਰਕੇ ਦੇਵਾਂਗੇ। ਸਰਕਾਰ ਜਿਹੜੇ ਕੈਟਾਗਰੀਜ਼ ਨੂੰ ਪ੍ਰਾਇੋਰਟੀ ਦਿੰਦੀ ਹੈ, ਉਹ ਦਿੰਦੀ ਹੈ ਜਿਹੜੇ ਸਟੂਡੈਂਟਸ ਨੂੰ ਕੈਨੇਡਾ ਤੋਂ ਬਾਹਰ ਤੋਂ ਇੱਥੇ ਲੈ ਕੇ ਮੰਗਾਉਣਾ ਹੈਗਾ, ਉਹਨਾਂ ਨੂੰ ਪ੍ਰਾਇੋਰਟੀ ਹੈਗੀ ਆ। ਇਨਫੈਕਟ ਜਿਹੜੇ ਵਰਕ ਪਰਮਿਟ ਹੋਲਡਰਸ ਨੇ, ਉਹਦਾ ਵੀ ਜਿਹੜੇ ਕੈਨੇਡਾ ਦੇ ਵਿੱਚ ਅਪਲਾਈ ਕਰਦੇ ਨੇ, ਉਹਦਾ ਵੀ ਨੰਬਰ ਵੱਧਦਾ ਜਾ ਰਿਹਾ ਹੈ। ਉਹਦੇ ਲਈ ਸਰਕਾਰ ਇੱਕ ਪਾਇਲਟ ਡਿਵੈਲਪ ਕਰੂਗੀ ਆਉਣ ਵਾਲੇ ਫਿਊਚਰ 'ਚ, ਜਿਹੜੀ ਅਨਾਊਂਸਮੈਂਟ ਹੋ ਸਕਦੀ ਹੈ ਵੀ ਇਹਦੇ ਲਈ ਸਰਕਾਰ ਕੋਈ ਨਾ ਕੋਈ ਜਿਹੜਾ ਬ੍ਰਿਜ ਪਰਮਿਟ ਜਾਂ ਸਟਾਰਟ ਕਰੂਗੀ ਵੀ ਤੁਸੀਂ ਇਮੀਡੀਏਟਲੀ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ। ਇਨ ਦ ਮੀਨ ਟਾਈਮ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੈ। ਬਟ ਜਿਹੜੀ ਬੈਕਲੌਗ ਦੀ ਸਮੱਸਿਆ, ਉਹ ਇੱਕ ਸਮੱਸਿਆ ਤਾਂ ਹੈ ਹੀ ਹੈ, ਪਰ ਐਟਲੀਸਟ ਉਹ ਬੰਦੇ ਇਮੀਗ੍ਰੇਸ਼ਨ ਲੈ ਸਕਣਗੇ। ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਇੰਡੀਵਿਜੂਅਲ ਨੇ ਜਿਹੜੇ ਕੈਨੇਡਾ 'ਚ ਆਏ ਨੇ, ਔਰ ਉਹਨੂੰ ਟੈਂਪਰੇਰੀ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਤੇ ਭਵਿੱਖ ਦਾ ਪਤਾ ਕੋਈ ਨਹੀਂ। ਭਵਿੱਖ ਦਾ ਪਤਾ ਕੋਈ ਨਹੀਂ ਹੈ। ਬਿਲਕੁਲ ਸਹੀ ਗੱਲ। ਸੋ ਇਹ ਗੱਲਾਂ ਤੋਂ ਤੁਸੀਂ ਐਂ ਨਾ ਸਮਝੋ ਵੀ ਅਸੀਂ ਤੁਹਾਨੂੰ ਡਰਾਉਣ ਦੇ ਲਈ ਕਰਦੇ ਹਾਂ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਇੰਡੀਵਿਜੂਅਲ ਕੇਸ ਹੈਗਾ, ਤੁਸੀਂ ਉਹਦੇ ਬਾਰੇ 'ਚ ਕੋਈ ਖਹਿਰਾ ਸਾਹਿਬ ਤੋਂ ਸਲਾਹ ਲੈਣੀ ਚਾਹੋ ਤਾਂ ਤੁਸੀਂ ਲੈ ਸਕਦੇ ਹੋ। ਖਹਿਰਾ ਸਾਹਿਬ ਕਿਵੇਂ ਮਿਲਿਆ ਜਾ ਸਕਦਾ, ਤੁਹਾਨੂੰ ਦੱਸ ਦਿਓ ਜੀ। ਜੀ, ਸਰੀ ਆਫਿਸ ਮੈਨੂੰ ਮਿਲਿਆ ਜਾ ਸਕਦਾ, ਔਰ ਜਿਹੜੇ ਸਾਡੇ ਫ਼ੋਨ ਨੰਬਰ ਨੇ ਉਹ ਵੈਬਸਾਈਟ ਤੋਂ ਲੈ ਜਾ ਸਕਦੇ ਨੇ, www.cwccanada.com। ਔਰ ਤੁਹਾਡੇ ਕਿਸੇ ਕਿਸਮ ਦੀ ਕੋਈ ਸਮੱਸਿਆ ਹੁੰਦੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ, ਕਿਉਂਕਿ ਕੈਨੇਡਾ 'ਚ ਇਮੀਗ੍ਰੇਸ਼ਨ ਲੈਣ ਲਈ 80 ਤਰੀਕੇ ਨੇ, ਔਰ ਇਹਦੇ ਨਾਲ ਜੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ, ਅਪੀਲ ਕਰਾਉਣੀ ਹੈ ਕਿਸੇ ਕੇਸ ਦੀ, ਤਾਂ ਉਹਦੇ ਲਈ ਵੀ ਅਸੀਂ ਕਾਫੀ ਸਾਲਾਂ ਦਾ ਸਾਨੂੰ ਤਜਰਬਾ ਹੈਗਾ ਜੀ। ਬਹੁਤ ਸ਼ੁਕਰੀਆ ਖਹਿਰਾ ਸਾਹਿਬ, ਟਾਈਮ ਦਿੱਤਾ। ਥੈਂਕ ਯੂ। ਤੇ ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜੀ। ਸੋ ਇਹਨਾਂ ਗੱਲਾਂ ਦਾ ਖਿਆਲ ਧਿਆਨ ਜ਼ਰੂਰ ਰੱਖਿਓ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।